ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਹੋਈ 10ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਇੱਕ ਇਕਾਂਗੀ ਕਰਾਂਗੇ। ਇਸ ਇਕਾਂਗੀ ਦਾ ਸਿਰਲੇਖ ਹੈ ਜ਼ਫਰਨਾਮਾ ਅਤੇ ਇਸ ਦੇ ਲੇਖਕ ਹਨ ਡਾਕਟਰ ਹਰਚਰਨ ਸਿੰਘ ਜੀ। ਜ਼ਫਰਨਾਮਾ ਇਕਾਂਗੀ ਮੈਂ ਤੁਹਾਨੂੰ ਪੂਰੀ ਡਿਟੇਲ ਵਿੱਚ ਪੜ੍ਹ ਕੇ ਨਹੀਂ ਸੁਣਾਵਾਂਗੀ, ਮੈਂ ਸਿਰਫ ਤੁਹਾਨੂੰ ਇਸ ਦਾ ਸਾਰ ਸੁਣਾਵਾਂਗੀ ਅਤੇ ਡਿਟੇਲ ਵਿੱਚ ਤੁਸੀਂ ਆਪਣੀ ਕਿਤਾਬਾਂ ਤੋਂ ਆਪ ਪੜ੍ਹ ਸਕਦੇ ਹੋ। ਸਭ ਤੋਂ ਪਹਿਲਾਂ ਇਸ ਦੇ ਪਾਤਰਾਂ ਨਾਲ ਤੁਹਾਡੀ ਜਾਣ ਪਹਿਚਾਣ ਕਰਵਾ ਦੇਵਾਂ। ਇਸ ਇਕਾਂਗੀ ਦਾ ਮੁੱਖ ਪਾਤਰ ਹੈ ਔਰੰਗਜ਼ੇਬ, ਜੋ ਕਿ ਇੱਕ ਇਤਿਹਾਸਿਕ ਪਾਤਰ ਹੈ ਅਤੇ ਇਹ ਇਕਾਂਗੀ ਵੀ ਇੱਕ ਇਤਿਹਾਸਿਕ ਘਟਨਾ ਨਾਲ ਹੀ ਸੰਬੰਧਿਤ ਹੈ। ਜੀਨਤ ਉਲ ਨਿਸਾ, ਜੋ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਪੁੱਤਰੀ ਹੈ। ਬੇਗਮ ਉਦੈਪੁਰੀ ਔਰੰਗਜ਼ੇਬ ਦੀ ਪਤਨੀ ਹੈ। ਇਸ ਤੋਂ ਇਲਾਵਾ ਔਰੰਗਜ਼ੇਬ ਦੇ ਨਾਲ ਰਹਿਣ ਵਾਲੇ ਅਹਿਲਕਾਰ, ਉਸਦੇ ਸੇਵਾਦਾਰ ਅਸਦ ਖਾਨ ਅਤੇ ਇੱਕ ਸ਼ਾਹੀ ਹਕੀਮ, ਯਾਨੀ ਕਿ ਦਵਾਈ ਦੇਣ ਵਾਲਾ ਸ਼ਾਹੀ ਡਾਕਟਰ, ਸ਼ਾਹੀ ਹਕੀਮ। ਇਕਾਂਗੀ ਦਾ ਸਮਾਂ ਹੈ ਸੰਨ 1706। ਸਥਾਨ ਹੈ ਅਹਿਮਦਨਗਰ, ਜੋ ਕਿ ਦੱਖਣੀ ਭਾਰਤ ਵਿੱਚ ਹੈ, ਅਤੇ ਸਮਾਂ ਹੈ ਸਵੇਰ ਦਾ, ਤੜਕੇ ਦਾ ਸਮਾਂ। ਤਾਂ ਇਕਾਂਗੀ ਦੇ ਸ਼ੁਰੂਆਤ ਵਿੱਚ ਅਸੀਂ ਦੇਖਦੇ ਹਾਂ ਕਿ ਮੁਗਲ ਸ਼ਹਿਨਸ਼ਾਹ ਔਰੰਗਜ਼ੇਬ ਦਾ ਨਿੱਜੀ ਕਮਰਾ ਹੈ, ਜਿੱਥੇ ਕਿ ਉਹ ਇੱਧਰ ਉੱਧਰ ਘੁੰਮ ਰਿਹਾ ਹੈ ਅਤੇ ਬਹੁਤ ਪਰੇਸ਼ਾਨ ਦਿਖ ਰਿਹਾ ਹੈ। ਉਹ ਆਪਣੇ ਆਪ ਨਾਲ ਗੱਲ ਕਰ ਰਿਹਾ ਹੈ। ਉਸਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹਰ ਗੱਲ ਉਸਦੀ ਮਰਜ਼ੀ ਦੇ ਖਿਲਾਫ ਹੋ ਰਹੀ ਹੈ। ਉਸਦੀ ਹੀ ਰਿਆਸਤ ਵਿੱਚ, ਉਸਦੇ ਹੀ ਰਾਜ ਵਿੱਚ ਲੋਕ ਉਸਦੀ ਗੱਲ ਨਹੀਂ ਮੰਨ ਰਹੇ। ਖੁਦਾ ਵੀ ਹੈ ਜਿਹੜਾ, ਰੱਬ ਵੀ ਉਸਨੂੰ ਭੁੱਲ ਗਿਆ। ਉਸਨੂੰ ਲੱਗਦਾ ਹੈ ਕਿ ਸ਼ਾਹੀ ਮਹਿਲ ਵਿੱਚ ਗੀਤ ਗਾਉਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਅਤੇ ਉਹ ਬਹੁਤ ਗੁੱਸੇ ਹੁੰਦਾ ਹੈ, ਕਿਉਂਕਿ ਉਸਦਾ ਮੰਨਣਾ ਹੈ ਕਿ ਮੁਸਲਮਾਨ ਧਰਮ ਵਿੱਚ ਗੀਤ ਗਾਉਣੇ ਅਤੇ ਇਸ ਤਰ੍ਹਾਂ ਦੇ ਕੰਮ ਕਰਨੇ ਜਿਹੜੇ ਨੇ ਉਹ ਰੱਬ ਦੀ ਖਿਲਾਫਤ ਹੈ। ਪਰ ਉਸਨੂੰ ਉਹ ਰਾਗ ਦੀਆਂ ਧੁਨਾਂ ਹੋਰ ਉੱਚੀਆਂ ਸੁਣਦੀਆਂ ਨੇ ਅਤੇ ਉਹਨੂੰ ਲੱਗਦਾ ਹੈ ਕਿ ਸਭ ਕੁਛ ਉਸਦੇ ਹੱਥੋਂ ਨਿਕਲ ਜਾ ਰਿਹਾ ਹੈ। ਅਤੇ ਉਸਦਾ ਸੁਭਾਅ ਵੀ ਬਹੁਤ ਸਖਤ ਹੈ। ਉਸਨੂੰ ਉੱਚੀ ਉੱਚੀ ਹੱਸਣ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਅਤੇ ਫਿਰ ਉਸਨੂੰ ਲੱਗਦਾ ਹੈ ਕਿ ਜਿਹੜੇ ਉਸਦੇ ਅਹਿਲਕਾਰ ਨੇ, ਫੌਜਦਾਰ ਨੇ, ਸੂਬੇਦਾਰ ਨੇ ਅਤੇ ਹੋਰ ਜਿਹੜੇ ਧਾਰਮਿਕ ਆਗੂ ਉਸਦੀ ਰਿਆਸਤ ਦੇ ਨੇ, ਇਹ ਸਾਰੇ ਉਸਦੀ ਮੌਤ ਉੱਤੇ ਹੱਸ ਰਹੇ ਹਨ ਅਤੇ ਉਸਦੀ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਉਹਨਾਂ ਸਾਰਿਆਂ ਨੇ ਸ਼ਰਾਬ ਪੀਤੀ ਹੋਈ ਹੈ ਅਤੇ ਉਸਦੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ। ਔਰੰਗਜ਼ੇਬ ਸ਼ਰਾਬ ਦੇ ਵੀ ਖਿਲਾਫ ਹੈ, ਕਿਉਂਕਿ ਇਹ ਵੀ ਉਸਨੂੰ ਲੱਗਦਾ ਹੈ ਕਿ ਮੁਸਲਿਮ ਧਰਮ ਵਿੱਚ ਬਿਲਕੁਲ ਮਨਾ ਹੈ। ਤਾਂ ਇਸ ਤਰ੍ਹਾਂ ਉਸਦੇ ਦਿਮਾਗ ਵਿੱਚ ਹੀ ਚੱਲਦਾ ਹੈ ਕਿ ਸਾਰਾ ਕੁਝ ਉਸਦੇ ਖਿਲਾਫ ਹੋ ਰਿਹਾ ਹੈ। ਉਹ ਗੁੱਸੇ ਵਿੱਚ ਸਾਰਿਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੰਦਾ ਹੈ, ਪਰ ਉਹਨੂੰ ਲੱਗਦਾ ਹੈ ਕਿ ਬਾਹਰ ਜਿਹੜਾ ਸ਼ੋਰ ਹੈ, ਜਿਹੜਾ ਰੌਲਾ ਹੈ, ਉਹ ਬਹੁਤ ਖਤਰਨਾਕ ਹੱਦ ਤੱਕ ਉੱਚਾ ਹੁੰਦਾ ਜਾ ਰਿਹਾ ਹੈ। ਅਤੇ ਉਸਨੂੰ ਫਿਰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਕਿ ਮੁਗਲ ਤਖਤ ਨੂੰ ਹਾਸਿਲ ਕਰਨ ਲਈ ਜਿਹੜੇ ਉਸਦੇ ਪੁੱਤਰ ਨੇ ਉਹ ਆਪਸ ਵਿੱਚ ਲੜ ਰਹੇ ਹਨ। ਤਾਂ ਉਹ ਕਹਿੰਦਾ ਇਹ ਕਿਉਂ ਇਸ ਤਰ੍ਹਾਂ ਕਰ ਰਹੇ ਹਨ, ਮੈਂ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਫਿਰ ਉਹ ਆਵਾਜ਼ ਉਸਨੂੰ ਜਵਾਬ ਦਿੰਦੀ ਹੈ ਕਿ ਤੂੰ ਵੀ ਤਾਂ ਇਸ ਤਰ੍ਹਾਂ ਹੀ ਕੀਤਾ ਸੀ, ਤੂੰ ਵੀ ਤਾਂ ਆਪਣੇ ਪਿਤਾ ਦੀ ਮੌਤ ਤੋਂ ਪਹਿਲਾਂ ਹੀ ਤਖਤ ਨੂੰ ਹਥਿਆ ਲਿਆ ਸੀ, ਆਪਣੇ ਭਰਾਵਾਂ ਨੂੰ ਮਾਰ ਕੇ ਜਾਂ ਕਿਸੇ ਹੋਰ ਉਹਨਾਂ ਨੂੰ ਕੈਦ ਕਰਕੇ। ਫਿਰ ਉਹਨੂੰ ਆਵਾਜ਼ ਇਹੀ ਕਹਿੰਦੀ ਹੈ ਕਿ ਹੁਣ ਉਸਦੀ ਗਲਤੀ ਨੂੰ ਦੁਹਰਾਇਆ ਜਾਵੇਗਾ, ਪਰ ਉਹ ਆਪਣੇ ਪੁੱਤਰਾਂ ਨੂੰ, ਆਪਣੇ ਸ਼ਹਿਜ਼ਾਦਿਆਂ ਨੂੰ ਬੇਨਤੀ ਕਰਦਾ ਕਿ ਉਸਦੀ ਗਲਤੀ ਨਾ ਦੁਹਰਾਉਣ। ਉਸਨੇ 50 ਸਾਲ ਰਾਜ ਕੀਤਾ ਹੁੰਦਾ ਅਤੇ ਆਵਾਜ਼ ਉਸਨੂੰ ਕਹਿੰਦੀ ਹੈ ਕਿ ਉਸਨੇ ਲੋਕਾਂ ਦਾ ਅਮਨ, ਉਹਨਾਂ ਦਾ ਚੈਨ ਖੋਇਆ। ਹੁਣ ਔਰੰਗਜ਼ੇਬ ਦੇ ਚੈਨ ਦੀ, ਉਸਦੀ ਸ਼ਾਂਤੀ ਦੀ ਕੋਈ ਪਰਵਾਹ ਨਹੀਂ ਕਰਦਾ। ਫਿਰ ਉਹਨੂੰ ਲੱਗਦਾ ਕਿ ਕਿਤੇ ਦੂਰ ਸਤਿ ਸ਼੍ਰੀ ਅਕਾਲ ਦੇ ਨਾਅਰੇ ਜਿਹੜੇ ਨੇ ਉਹ ਲੱਗ ਰਹੇ ਹਨ। ਸਤਿ ਸ਼੍ਰੀ ਅਕਾਲ ਦੇ ਨਾਅਰੇ ਮਤਲਬ ਖਾਲਸਾ, ਮਤਲਬ ਸਿੱਖ। ਤਾਂ ਉਸਨੂੰ ਫਿਰ ਆਵਾਜ਼ ਦੱਸਦੀ ਹੈ ਕਿ ਪੰਜਾਬ ਵਿੱਚ ਜਿਹੜੇ ਸਿੰਘ ਸੂਰਮੇ ਨੇ ਉਹ ਫਿਰ ਤੋਂ ਇਕੱਠੇ ਹੋ ਗਏ ਨੇ ਆਪਣੇ ਗੁਰੂ ਦੇ ਝੰਡੇ ਹੇਠ, ਅਤੇ ਸਤਨਾਮੀ ਸਾਧੂ ਨੇ ਜਿਹੜੇ ਉਹ ਵੀ ਮੁਗਲਾਂ ਖਿਲਾਫ ਆਪਣੀ ਆਵਾਜ਼ ਉਠਾ ਰਹੇ ਨੇ। ਮਹਾਰਾਸ਼ਟਰ ਵਿੱਚ ਵੀ ਬਗਾਵਤ ਸ਼ੁਰੂ ਹੋ ਗਈ ਹੈ ਅਤੇ ਉਸਦੇ ਆਪਣੇ ਹੀ ਸੂਬੇਦਾਰ ਜਿਹੜੇ ਉਸਨੇ ਰੱਖੇ ਹੋਏ ਨੇ ਵੱਖ ਵੱਖ ਇਲਾਕਿਆਂ ਵਿੱਚ, ਉਹੀ ਉਸਦੇ ਖਿਲਾਫ ਸਾਜ਼ਿਸ਼ਾਂ ਰਚਣ ਲੱਗ ਪਏ ਹਨ। ਤਾਂ ਇਸ ਤਰ੍ਹਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲੱਗਦਾ ਕਿ ਹਰ ਜਿਹੜੀ ਹਾਲਾਤ ਹੈ ਉਸਦੇ ਖਿਲਾਫ ਹੋ ਚੁੱਕਾ ਹੈ, ਪੂਰਾ ਰਾਜ ਉਸਦੇ ਖਿਲਾਫ ਹੋ ਚੁੱਕਾ ਹੈ ਅਤੇ ਉਹ ਹੋਰ ਜ਼ਿਆਦਾ ਪਰੇਸ਼ਾਨ ਹੋਣ ਲੱਗ ਪੈਂਦਾ ਹੈ। ਉਹ ਆਵਾਜ਼ ਉਸਨੂੰ ਖੁਦ ਹੀ ਇਸ ਹਾਲਾਤ ਲਈ ਜ਼ਿੰਮੇਵਾਰ ਦੱਸਦੀ ਹੈ। ਪਰ ਔਰੰਗਜ਼ੇਬ ਕਹਿੰਦਾ ਕਿ ਉਸਨੇ ਤਾਂ ਪੂਰੀ ਉਮਰ ਬਹੁਤ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ, ਉਸਨੇ ਕਦੀ ਕੁਝ ਗਲਤ ਨਹੀਂ ਕੀਤਾ, ਉਸਨੇ ਆਪਣਾ ਸਾਰਾ ਸਮਾਂ ਇਸ ਰਿਆਸਤ ਨੂੰ ਦਿੱਤਾ ਹੈ। ਪਰ ਉਹ ਆਵਾਜ਼ ਉਸਨੂੰ ਦੱਸਦੀ ਹੈ ਕਿ ਉਹਨੂੰ ਸਿਰਫ
ਝੂਠੇ ਲੋਕਾਂ ਦੀਆਂ ਗੱਲਾਂ ਤੋਂ ਹੀ ਲੱਗਦਾ ਸੀ ਕਿ ਉਸਦੀ ਰਿਆਸਤ ਦੇ ਸਭ ਕੁਝ ਸਹੀ ਹੈ। ਉਸਨੇ ਕਦੀ ਆਪ ਜਾ ਕੇ ਆਪਣੇ ਰਿਆਸਤ ਦੇ ਹਾਲਾਤ ਨਹੀਂ ਦੇਖੇ। ਪਰ ਅਸਲ ਵਿੱਚ ਜਦੋਂ ਕਿਸੇ ਰਿਆਸਤ ਨੂੰ, ਕਿਸੇ ਰਾਜ ਨੂੰ ਪੱਕਾ ਕਰਨਾ ਹੋਵੇ ਤਾਂ ਉਸਦੀਆਂ ਨੀਹਾਂ ਪੱਕੀਆਂ ਕਰਨੀਆਂ ਹੋਣ ਤਾਂ ਅਸ਼ੋਕ ਤੇ ਅਕਬਰ ਵਰਗੇ ਨੇਕ ਰਾਜਾ ਬਣਨਾ ਪੈਂਦਾ ਹੈ, ਲੋਕਾਂ ਦੇ ਦਿਲ ਜਿੱਤਣੇ ਪੈਂਦੇ ਹਨ। ਪਰ ਔਰੰਗਜ਼ੇਬ ਨੇ ਸਿਰਫ ਤੇ ਸਿਰਫ ਤਲਵਾਰ ਦੇ ਜ਼ੋਰ ਨਾਲ ਆਪਣੇ ਰਾਜ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਦੇ ਸੁੱਖ ਦੀ, ਲੋਕਾਂ ਦੀ ਖੁਸ਼ੀ ਦੀ ਕਦੀ ਕੋਈ ਪਰਵਾਹ ਨਹੀਂ ਕੀਤੀ। ਉਸਦੇ ਰਾਜ ਵਿੱਚ ਲੋਕ ਬਹੁਤ ਦੁਖੀ ਹਨ। ਉਸਨੇ ਸਿਰਫ ਜਿਹੜੇ ਕੁਝ ਖਾਸ ਲੋਕ ਨੇ ਉਹਨਾਂ ਨੂੰ ਹੀ ਖੁਸ਼ ਰੱਖਿਆ। ਇਸੇ ਦੌਰਾਨ ਔਰੰਗਜ਼ੇਬ ਦੀ ਪੁੱਤਰੀ ਜਿਹੜੀ ਹੈ ਜ਼ੀਨਤ, ਉਹ ਉੱਥੇ ਆਉਂਦੀ ਹੈ ਤੇ ਉਸਨੂੰ ਲੱਗਦਾ ਹੈ ਕਿ ਔਰੰਗਜ਼ੇਬ ਕਾਫੀ ਪਰੇਸ਼ਾਨ ਹੈ, ਉਹ ਉਸਨੂੰ ਸੰਭਾਲਦੀ ਹੈ। ਔਰੰਗਜ਼ੇਬ ਲਗਭਗ ਬੇਹੋਸ਼ੀ ਦੀ ਹਾਲਾਤ ਵਿੱਚ ਹੁੰਦਾ ਹੈ ਤੇ ਕਹਿ ਰਿਹਾ ਹੁੰਦਾ ਕਿ ਮੈਨੂੰ ਨਾ ਮਾਰੋ, ਨਾ ਮਾਰੋ। ਤਾਂ ਬਾਅਦ ਵਿੱਚ ਉਹ ਜ਼ੀਨਤ ਉਸਨੂੰ ਦੱਸਦੀ ਹੈ ਵੀ ਮੈਂ ਤੁਹਾਡੀ ਅੱਬਾ ਜਾਨ ਤੁਹਾਡੀਆਂ ਚੀਕਾਂ ਸੁਣੀਆਂ ਸੀ, ਇਸ ਕਰਕੇ ਮੈਂ ਅੰਦਰ ਆਈ ਹਾਂ। ਤੇ ਨਾਲੇ ਉਹ ਉਸਨੂੰ ਦੱਸਦੀ ਹੈ ਕਿ ਨਮਾਜ਼ ਦਾ ਵਕਤ ਵੀ ਨਿਕਲ ਗਿਆ ਤੇ ਉਹ ਅੱਜ ਤੱਕ ਔਰੰਗਜ਼ੇਬ ਨੇ ਕਦੀ ਵੀ ਨਮਾਜ਼ ਦਾ ਵਕਤ ਨਹੀਂ ਲੰਘਾਇਆ। ਤਾਂ ਔਰੰਗਜ਼ੇਬ ਆਪਣੀ ਬੇਟੀ ਨੂੰ ਦੱਸਦਾ ਹੈ ਕਿ ਉਸਨੂੰ ਬਹੁਤ ਡਰਾਵਨਾ ਸੁਪਨਾ ਆਇਆ ਸੀ ਤੇ ਉਹ ਚਾਹੁੰਦਾ ਕਿ ਉਸ ਨੂੰ ਮਸਜਿਦ ਤੱਕ ਲੈ ਜਾਵੇ ਤਾਂ ਜੋ ਉਹ ਆਪਣੇ ਮਨ ਵਿੱਚ ਥੋੜ੍ਹਾ ਚੈਨ ਹਾਸਿਲ ਕਰ ਸਕੇ। ਫਿਰ ਸ਼ਾਹੀ ਹਕੀਮ ਨੂੰ ਬੁਲਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਪਤਨੀ ਔਰੰਗਜ਼ੇਬ ਦੀ ਬੇਗਮ ਉਦੈਪੁਰੀ, ਉਹ ਸ਼ਾਹੀ ਹਕੀਮ ਨੂੰ ਨਾਲ ਲੈ ਕੇ ਆਉਂਦੀ ਹੈ ਤੇ ਉੱਥੇ ਹੀ ਸੂਬੇਦਾਰ ਅਸਦ ਖਾਨ ਵੀ ਆਉਂਦਾ ਹੈ। ਸੂਬੇਦਾਰ ਅਸਦ ਖਾਨ ਜੋ ਹੈ ਉਹ ਔਰੰਗਜ਼ੇਬ ਦਾ ਵਫਾਦਾਰ ਹੈ। ਅਸਦ ਖਾਨ ਵੀ ਔਰੰਗਜ਼ੇਬ ਦੀ ਹਾਲਾਤ ਦੇਖ ਕੇ ਥੋੜ੍ਹਾ ਜਿਹਾ ਘਬਰਾਉਂਦਾ ਹੈ ਵੀ ਔਰੰਗਜ਼ੇਬ ਤਾਂ ਬਹੁਤ ਹੀ ਪੱਕੇ ਇਰਾਦੇ ਦਾ ਹੈ, ਤਾਂ ਔਖੇ ਤੋਂ ਔਖੇ ਸਮੇਂ ਵੀ ਨਹੀਂ ਘਬਰਾਉਂਦਾ ਤੇ ਇਸਨੂੰ ਕੀ ਹੋ ਗਿਆ। ਸਾਰੇ ਜਾਣੇ ਉਸਦੀ ਸਿਹਤ ਲਈ ਫਿਕਰਮੰਦ ਹੁੰਦੇ ਨੇ ਤੇ ਜਿਹੜੀ ਜ਼ੀਨਤ ਆ ਉਹ ਵੀ ਕਹਿੰਦੀ ਹੈ ਕਿ ਮੈਂ ਤੁਹਾਡੀ ਪਿਛਲੇ 30 ਸਾਲ ਤੋਂ ਖਿਦਮਤ ਕਰ ਰਹੀ ਹਾਂ, ਸੇਵਾ ਕਰ ਰਹੀ ਹਾਂ। ਤੇ ਔਰੰਗਜ਼ੇਬ ਵੀ ਆਪਣੀ ਬੇਟੀ ਦੀ ਸੇਵਾ ਨੂੰ ਮੰਨਦਾ ਹੈ ਕਿ ਉਹ ਕਹਿੰਦਾ ਇਸ ਤਰ੍ਹਾਂ ਦੀ ਬੇਟੀ ਰੱਬ ਸਭ ਨੂੰ ਦੇਵੇ। ਉਹ ਫਿਰ ਅਸਦ ਖਾਨ ਨੂੰ ਰੋਕ ਲੈਂਦਾ ਹੈ ਤੇ ਸ਼ਾਹੀ ਹਕੀਮ ਵੀ ਕਹਿੰਦਾ ਹੈ ਔਰੰਗਜ਼ੇਬ ਨੂੰ ਵੀ ਇਸਨੂੰ ਆਰਾਮ ਕਰਨ ਦੀ ਲੋੜ ਹੈ। ਤੇ ਆਪਣੀ ਬੇਟੀ ਨੂੰ ਔਰੰਗਜ਼ੇਬ ਕਹਿੰਦਾ ਹੈ ਕਿ ਤੂੰ ਇੱਥੋਂ ਜਾ ਤੇ ਆਪਣੀ ਪਤਨੀ ਨੂੰ ਤੇ ਸ਼ਾਹੀ ਹਕੀਮ ਨੂੰ ਵੀ ਜਾਣ ਲਈ ਕਹਿੰਦਾ ਹੈ। ਹੁਣ ਉਸ ਤੋਂ ਬਾਅਦ ਔਰੰਗਜ਼ੇਬ ਅਸਦ ਖਾਨ ਨੂੰ ਆਪਣਾ ਅਸਲੀ ਮੁਸ਼ਕਿਲ ਦੱਸਦਾ ਹੈ। ਉਹ ਦੱਸਦਾ ਹੈ ਕਿ ਕੱਲ੍ਹ ਪੰਜਾਬ ਤੋਂ ਇੱਕ ਦਇਆ ਸਿੰਘ ਨਾਮ ਦਾ ਸਿੱਖ ਆਪਣੇ ਗੁਰੂ, ਆਪਣੇ ਪੀਰ ਗੁਰੂ ਗੋਬਿੰਦ ਸਿੰਘ ਦਾ ਖਤ ਲੈ ਕੇ ਉਸਨੂੰ ਮਿਲਿਆ ਸੀ। ਉਹ ਖਤ ਕਿਹੜਾ ਸੀ? ਜ਼ਫਰਨਾਮਾ। ਤੇ ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਖੁੱਲ੍ਹ ਕੇ, ਬਹੁਤ ਹੀ ਬੇਬਾਕੀ ਨਾਲ ਔਰੰਗਜ਼ੇਬ ਦੀਆਂ ਗਲਤੀਆਂ ਉਸਨੂੰ ਗਿਣਾਈਆਂ, ਜਿਸ ਕਰਕੇ ਔਰੰਗਜ਼ੇਬ ਦੀ ਜ਼ਮੀਰ ਕੰਬ ਗਈ ਹੈ। ਉਸਨੇ ਉਸਨੂੰ ਅੰਦਰ ਤੱਕ ਹਲੂਣ ਦਿੱਤਾ ਹੈ। ਉਸ ਪੀਰ ਨੇ ਲਿਖਿਆ ਹੈ ਕਿ ਵਜ਼ੀਰ ਖਾਨ ਨੇ ਔਰੰਗਜ਼ੇਬ ਦੇ ਨਾਂ 'ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਤੇ ਬਾਅਦ ਵਿੱਚ ਆਨੰਦਪੁਰ ਛੱਡ ਰਹੇ ਉਸ ਪੀਰ ਉੱਤੇ, ਯਾਨੀ ਕਿ ਗੁਰੂ ਗੋਬਿੰਦ ਸਿੰਘ ਉੱਤੇ ਤੇ ਉਹਨਾਂ ਦੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 2 ਬੇਟੇ ਮਾਰੇ ਗਏ। ਤੇ ਪੀਰ ਦੇ ਪਿਤਾ ਤੇਗ ਬਹਾਦਰ ਦੇ ਕਤਲ ਦਾ ਹੁਕਮ ਵੀ ਔਰੰਗਜ਼ੇਬ ਨੇ ਹੀ ਦਿੱਤਾ ਸੀ। ਇਸ ਕਰਕੇ ਔਰੰਗਜ਼ੇਬ ਨੂੰ ਪਤਾ ਹੈ ਕਿ ਉਸਨੇ ਉਸ ਪਰਿਵਾਰ ਨਾਲ ਬਹੁਤ ਕੁਝ ਬੁਰਾ ਕੀਤਾ ਹੈ। ਪਰ ਵਜ਼ੀਰ ਖਾਨ ਨੇ ਉਸ ਦਾ ਨਾਮ ਬਦਨਾਮ ਕੀਤਾ ਹੈ ਤੇ ਇਸਲਾਮ ਦਾ ਵੀ ਨਾਮ ਦਾ ਅਪਮਾਨ ਕੀਤਾ ਹੈ। ਹੁਣ ਔਰੰਗਜ਼ੇਬ ਜਿਹੜਾ ਉਹ ਚਾਹੁੰਦਾ ਹੈ ਵੀ ਮੈਂ ਕੀ ਕਰਾਂ, ਪਰ ਫਿਰ ਅਸਦ ਖਾਨ ਉਹਨੂੰ ਸਲਾਹ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾ ਕੇ ਉਹਨਾਂ ਨਾਲ ਸੁਲਾਹ ਕਰ ਲਵੋ। ਉਸ ਤੋਂ ਅੱਗੇ ਫਿਰ ਅਸਦ ਖਾਨ ਕਹਿੰਦਾ ਹੈ ਕਿ ਆਪ ਖਤ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜੋ ਤੇ ਮਾਲਵੇ ਦੇ ਕਾਂਗੜ ਵਿੱਚ ਮਿਲਣ ਦਾ ਪੈਗਾਮ ਦਿਓ। ਅਸਦ ਖਾਨ ਇਸ ਸਾਰੀ ਗੱਲ ਕਰਨ ਤੋਂ ਬਾਅਦ ਉੱਥੋਂ ਚਲਾ ਜਾਂਦਾ ਹੈ। ਇਸੇ ਦੌਰਾਨ ਜ਼ੀਨਤ ਆਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਇੰਨੇ ਸਾਲ ਤੁਹਾਡੀ ਸੇਵਾ ਕੀਤੀ, ਖਿਦਮਤ ਕੀਤੀ, ਪਰ ਮੈਨੂੰ ਹਜੇ ਵੀ ਤੁਹਾਡਾ ਵਿਸ਼ਵਾਸ ਹਾਸਿਲ ਨਹੀਂ ਹੋਇਆ, ਕਿਉਂਕਿ ਉਸਨੂੰ ਲੱਗਦਾ ਹੈ ਕਿ ਉਸਦੇ ਪਿਤਾ ਜੀ ਹਜੇ ਵੀ ਉਸ ਤੋਂ ਕੁਝ ਲੁਕੋ ਰਹੇ ਹਨ। ਤੇ ਉਹ ਕਹਿੰਦਾ ਕਿ ਜੇ ਤੁਸਨੂੰ ਸੱਚ ਪਤਾ ਲੱਗ ਗਿਆ ਤਾਂ ਤੂੰ ਮੈਨੂੰ ਬਹੁਤ ਘਟੀਆ ਇਨਸਾਨ ਮੰਨੇਗੀ। ਫਿਰ ਉਹ ਸਾਰੇ ਉਸ ਖਤ ਬਾਰੇ ਜ਼ੀਨਤ ਨੂੰ ਵੀ ਦੱਸਦਾ ਹੈ ਤੇ ਕਿਸ ਤਰ੍ਹਾਂ ਵੀ ਵਜ਼ੀਰ ਖਾਨ ਨੇ ਝੂਠੀ ਕਸਮ ਖਾਧੀ ਤੇ ਪਿੱਛੋਂ ਧੋਖਾ ਕਰਕੇ ਹਮਲਾ ਕਰ ਦਿੱਤਾ ਤੇ ਜਿੰਦੇ ਵਿੱਚ 2 ਵੱਡੇ ਬੇਟੇ ਮਾਰੇ ਗਏ। ਫਿਰ ਵਜ਼ੀਰ ਖਾਨ ਨੇ ਉਹਨਾਂ ਦੇ ਛੋਟਿਆਂ ਦੋਨਾਂ ਬੇਟਿਆਂ ਨੂੰ ਜਿੰਦਾ ਹੀ ਨੀਹਾਂ ਵਿੱਚ ਚਿਣ ਕੇ ਮਾਰ ਦਿੱਤਾ। ਜ਼ੀਨਤ ਨੂੰ ਲੱਗਦਾ ਕਿ ਇਹ ਤਾਂ ਜ਼ੁਲਮ ਦੀ ਸਿਖਰ ਹੈ। ਉਹ ਵੀ ਚੀਕਾਂ ਮਾਰਨ ਲੱਗ ਪੈਂਦੀ ਹੈ, ਰੋਣ ਲੱਗ ਪੈਂਦੀ ਹੈ।
ਉਹਨੂੰ ਕਹਿੰਦੀ ਹੈ ਕਿ ਜਦੋਂ ਤੇਰਾ ਬੇਟਾ ਮਾਰਿਆ ਗਿਆ ਸੀ ਤੇ ਤੂੰ ਕਿੰਨਾ ਰੋਇਆ ਸੀ, ਤੇ ਹੁਣ ਉਹ ਮਾਸੂਮ ਮਾਰੇ ਗਏ ਨੇ ਤੇ ਤੂੰ ਚੁੱਪਚਾਪ ਖੜਾ ਹੈ। ਉਹ ਕਹਿੰਦੀ ਹੈ ਕਿ ਤੈਨੂੰ ਵਜ਼ੀਰ ਖਾਨ ਨੂੰ ਸਜ਼ਾ ਦੇਣੀ ਚਾਹੀਦੀ ਹੈ, ਪਰ ਉਹ ਕਹਿੰਦਾ ਮੈਂ ਮਜਬੂਰ ਹਾਂ, ਜੇ ਵਜ਼ੀਰ ਖਾਨ ਨੂੰ ਸਜ਼ਾ ਦਿੱਤੀ ਤੇ ਪੰਜਾਬ ਵਿੱਚ ਸਾਰੇ ਹਾਲਾਤ ਵਿਗੜ ਜਾਣਗੇ। ਜੀਨਤ ਫਿਰ ਉਸ ਗੁਨਾਹ ਵਿੱਚ ਉਸਨੂੰ ਵੀ ਸ਼ਾਮਿਲ ਮੰਨਦੀ ਹੈ। ਉਹ ਕਹਿੰਦੀ ਹੈ ਕਿ ਤੂੰ ਰੱਬ ਤੋਂ ਡਰਦਾ ਹੈ ਪਰ ਰੱਬ ਨੂੰ ਪਿਆਰ ਨਹੀਂ ਕਰਦਾ, ਇਸ ਕਰਕੇ ਸਾਰੀ ਉਮਰ ਤੂੰ ਲੋਕਾਂ ਨੂੰ ਦੁਖੀ ਕੀਤਾ ਹੈ। ਤੇ ਔਰੰਗਜ਼ੇਬ ਵੀ ਇਹ ਮੰਨਦਾ ਹੈ ਕਿ ਉਸਨੇ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ, ਪਰ ਅੰਤ ਵਿੱਚ ਜੋ ਜ਼ਿੰਦਗੀ ਦੀ ਲੜਾਈ ਹੈ ਉਹ ਹਾਰ ਗਿਆ, ਤੇ ਉਹ ਇਸ ਸੰਸਾਰ ਵਿੱਚ ਬਹੁਤ ਸਾਰੇ ਗੁਨਾਹਾਂ ਦਾ ਭਾਰ ਲੈ ਕੇ ਹੀ ਮਰੇਗਾ। ਉਹ ਆਪਣੀ ਬੇਟੀ ਨੂੰ ਕਹਿੰਦਾ ਕਿ ਤੂੰ ਹੀ ਮੇਰਾ ਆਖਰੀ ਸਹਾਰਾ ਹੈ, ਤੂੰ ਹੀ ਮੇਰੀ ਮਦਦ ਕਰ। ਤਾਂ ਇਹ ਸੀ ਇਕਾਂਗੀ ਜ਼ਫਰਨਾਮਾ। ਤਾਂ ਇਸ ਇਕਾਂਗੀ ਵਿੱਚ ਸਾਨੂੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਜਦੋਂ ਔਰੰਗਜ਼ੇਬ ਦੇ ਸੂਬੇਦਾਰ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਪੁੱਤਰਾਂ ਦੀ ਸ਼ਹੀਦੀ ਦਾ ਕਾਰਨ ਬਣਿਆ, ਤਾਂ ਉਸ ਤੋਂ ਬਾਅਦ ਜਦੋਂ ਗੁਰੂ ਜੀ ਨੇ ਉਸਨੂੰ ਪੱਤਰ ਲਿਖਿਆ ਤਾਂ ਉਸ ਦਾ ਔਰੰਗਜ਼ੇਬ ਉੱਤੇ ਕਿੰਨਾ ਜ਼ਿਆਦਾ ਅਸਰ ਹੋਇਆ। ਉਸਨੂੰ ਲੱਗਿਆ ਕਿ ਹਾਂ, ਉਸਦੀ ਅੰਦਰ ਤੱਕ ਜ਼ਮੀਰ ਹਿੱਲ ਗਈ ਹੈ ਤੇ ਉਸਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਹੋਇਆ। ਤੁਹਾਨੂੰ ਇਕਾਂਗੀ ਵਿੱਚੋਂ ਕੇਵਲ ਬਹੁ ਵਿਕਲਪੀ ਪ੍ਰਸ਼ਨ ਆਉਣੇ ਹਨ, ਯਾਨੀ ਕਿ ਕੁਐਸਚਨ ਆਏਗਾ, ਉਸਦੇ ਅੱਗੇ 4 ਜਾਂ 3 ਆਪਸ਼ਨਸ ਹੋਣਗੀਆਂ ਅਤੇ ਤੁਸੀਂ ਉਹਨਾਂ ਵਿੱਚੋਂ ਸਹੀ ਆਪਸ਼ਨ ਜਿਹੜੀ ਚੁਣਨੀ ਹੈ। ਪਰ ਮੈਂ ਤੁਹਾਨੂੰ ਗਲਤ ਆਪਸ਼ਨਸ ਨਹੀਂ ਦੇਵਾਂਗੀ। ਉਸਦਾ ਕਾਰਨ ਇਹ ਹੈ ਕਿ ਜੇ ਤੁਸੀਂ ਗਲਤ ਆਪਸ਼ਨਸ ਵੀ ਪੜ੍ਹੀਆਂ ਹੁੰਦੀਆਂ ਨੇ ਤਾਂ ਪੇਪਰ ਵਿੱਚ ਹੋ ਸਕਦਾ ਤੁਹਾਨੂੰ ਲੱਗੇ ਕਿ ਸ਼ਾਇਦ ਆਹ ਆਪਸ਼ਨ ਸਹੀ ਹੈ ਜਾਂ ਇਹ ਆਪਸ਼ਨ ਸਹੀ ਹੈ। ਮੈਂ ਤੁਹਾਨੂੰ ਸਿਰਫ ਸਹੀ ਉੱਤਰ ਹੀ ਦੱਸਾਂਗੀ, ਯਾਨੀ ਕਿ ਇੱਕ ਸ਼ਬਦ ਵਾਲੇ ਉੱਤਰ ਹੀ ਦੱਸਾਂਗੀ, ਤਾਂ ਜੋ ਜਦੋਂ ਤੁਸੀਂ ਪੇਪਰ ਵਿੱਚ ਉਸ ਸ਼ਬਦ ਨੂੰ ਲਿਖਿਆ ਹੋਇਆ ਵੇਖੋ ਤਾਂ ਤੁਹਾਨੂੰ ਉਸੇ ਟਾਈਮ ਅਹਿਸਾਸ ਹੋਵੇ ਕਿ ਹਾਂ, ਇਹੀ ਸਹੀ ਉੱਤਰ ਹੈ। ਤਾਂ ਹੁਣ ਆਪਾਂ ਇਸ ਦਾ ਅਭਿਆਸ ਦਾ ਕੰਮ ਸ਼ੁਰੂ ਕਰਦੇ ਹਾਂ, ਬਹੁਤ ਛੋਟੇ ਯਾਨੀ ਕਿ 1-2 ਸ਼ਬਦਾਂ ਦੇ ਉੱਤਰਾਂ ਵਾਲੇ ਪ੍ਰਸ਼ਨਾਂ ਨਾਲ। ਇਸ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਆਪਾਂ ਕਰਾਂਗੇ, ਜ਼ਫਰਨਾਮਾ ਪਾਠ ਦਾ ਸਾਹਿਤ ਰੂਪ ਕੀ ਹੈ? ਇਸ ਦਾ ਉੱਤਰ ਹੈ ਇਕਾਂਗੀ। ਜ਼ਫਰਨਾਮਾ ਇਕਾਂਗੀ ਦੇ ਲੇਖਕ ਕੌਣ ਹਨ? ਡਾਕਟਰ ਹਰਚਰਨ ਸਿੰਘ। ਜ਼ਫਰਨਾਮਾ ਕੀ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਗਿਆ ਖਤ। ਜ਼ਫਰਨਾਮਾ ਕਿਸ ਭਾਸ਼ਾ ਵਿੱਚ ਹੈ? ਫਾਰਸੀ। 5ਵਾਂ ਪ੍ਰਸ਼ਨ ਹੈ, ਇਸ ਖਤ ਦਾ ਮੁੱਖ ਵਿਸ਼ਾ ਕੀ ਸੀ? ਔਰੰਗਜ਼ੇਬ ਨੂੰ ਉਸਦੀਆਂ ਸਿੱਖਾਂ ਵਿਰੁੱਧ ਹਰਕਤਾਂ ਅਤੇ ਸਾਹਿਬਜ਼ਾਦਿਆਂ ਦੇ ਕਤਲ ਲਈ ਲਾਹਨਤਾਂ ਪਾਈਆਂ ਗਈਆਂ ਸਨ। 6ਵਾਂ ਪ੍ਰਸ਼ਨ, ਜ਼ਫਰਨਾਮਾ ਖਤ ਪੜ੍ਹ ਕੇ ਔਰੰਗਜ਼ੇਬ 'ਤੇ ਕੀ ਅਸਰ ਹੋਇਆ? ਉਸ ਦਾ ਜ਼ਮੀਰ ਕੰਬ ਗਿਆ ਅਤੇ ਉਹ ਘਬਰਾ ਗਿਆ। 7ਵਾਂ ਪ੍ਰਸ਼ਨ, ਕਿਸ ਦੀ ਭੁੱਖ ਨੇ ਔਰੰਗਜ਼ੇਬ ਨੂੰ ਅੰਨਾ ਕੀਤਾ ਹੋਇਆ ਸੀ? ਇਸ ਦਾ ਉੱਤਰ ਆਏਗਾ ਹਕੂਮਤ ਦੀ। ਅੱਗੇ ਪ੍ਰਸ਼ਨ, ਕਿਸ ਨੂੰ ਲੱਗਦਾ ਹੈ ਕਿ ਹਰ ਗੱਲ ਉਸ ਦੀ ਮਰਜ਼ੀ ਦੇ ਖਿਲਾਫ ਹੋ ਰਹੀ ਹੈ? ਤਾਂ ਔਰੰਗਜ਼ੇਬ ਨੂੰ ਲੱਗਦਾ ਹੈ ਕਿ ਹਰ ਗੱਲ ਉਸ ਦੀ ਮਰਜ਼ੀ ਦੇ ਖਿਲਾਫ ਹੋ ਰਹੀ ਹੈ। ਅੱਗੇ ਹੈ, ਜ਼ੀਨਤ ਕੌਣ ਹੈ? ਜ਼ੀਨਤ ਔਰੰਗਜ਼ੇਬ ਦੀ ਬੇਟੀ ਹੈ। ਜ਼ਫਰਨਾਮਾ ਖਤ ਔਰੰਗਜ਼ੇਬ ਤੱਕ ਕੌਣ ਲੈ ਕੇ ਆਇਆ ਸੀ? ਇੱਕ ਸਿੱਖ ਭਾਈ ਦਇਆ ਸਿੰਘ। ਔਰੰਗਜ਼ੇਬ ਦੀ ਪਤਨੀ ਦਾ ਕੀ ਨਾਮ ਸੀ? ਔਰੰਗਜ਼ੇਬ ਦੀ ਪਤਨੀ ਦਾ ਨਾਮ ਸੀ ਬੇਗਮ ਉਦੈਪੁਰੀ। ਅਸਦ ਖਾਨ ਕੌਣ ਹੈ? ਅਸਦ ਖਾਨ ਔਰੰਗਜ਼ੇਬ ਦਾ ਸੂਬੇਦਾਰ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ ਸਾਹਿਬਜ਼ਾਦਿਆਂ ਨੂੰ ਕਿਸ ਨੇ ਨੀਹਾਂ ਵਿੱਚ ਚਿਣਵਾਇਆ ਸੀ? ਵਜ਼ੀਰ ਖਾਨ। 14ਵਾਂ ਪ੍ਰਸ਼ਨ, ਵਜ਼ੀਰ ਖਾਨ ਨੇ ਗੁਰੂ ਜੀ ਨੂੰ ਕੀ ਛੱਡਣ ਲਈ ਮਜਬੂਰ ਕੀਤਾ? ਇਸ ਦਾ ਉੱਤਰ ਹੈ ਅਨੰਦਪੁਰ ਸਾਹਿਬ। ਪੰਜਾਬ ਵਿੱਚ ਸਿੰਘ ਕਿਸ ਦੇ ਝੰਡੇ ਥੱਲੇ ਇਕੱਠੇ ਹੋ ਗਏ ਸਨ? ਗੁਰੂ ਦੇ। ਅਸ਼ੋਕ ਅਤੇ ਅਕਬਰ ਨੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ ਸਨ? ਲੋਕਾਂ ਦੇ ਦਿਲ ਜਿੱਤ ਕੇ। ਅੱਜ ਮੇਰੀ ਰੂਹ ਰੋ ਰਹੀ ਹੈ, ਇਹ ਸ਼ਬਦ ਕਿਸ ਨੇ ਕਹੇ? ਔਰੰਗਜ਼ੇਬ ਨੇ। 18ਵਾਂ ਪ੍ਰਸ਼ਨ, ਕੌਣ ਕਈ ਸਾਲਾਂ ਤੋਂ ਔਰੰਗਜ਼ੇਬ ਦੀ ਖਿਦਮਤ ਕਰ ਰਹੀ ਸੀ? ਉਸ ਦੀ ਬੇਟੀ ਜ਼ੀਨਤ। ਔਰੰਗਜ਼ੇਬ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਸੀ? ਪਿਤਾ ਸ਼ਾਹਜਹਾਂ ਨੂੰ ਕੈਦ ਕਰਕੇ ਅਤੇ ਆਪਣੇ ਭਰਾਵਾਂ ਨੂੰ
ਕਤਲ ਕਰਕੇ। 20ਵਾਂ ਪ੍ਰਸ਼ਨ, ਅਸਦ ਖਾਨ ਕੀ ਸਲਾਹ ਦਿੰਦਾ ਹੈ? ਗੁਰੂ ਜੀ ਨੂੰ ਬੁਲਾ ਕੇ ਸੁਲਾਹ ਕਰਨ ਦੀ। 21ਵਾਂ ਪ੍ਰਸ਼ਨ, ਗੁਰੂ ਜੀ ਨੇ ਔਰੰਗਜ਼ੇਬ ਨੂੰ ਕਿੱਥੇ ਮਿਲਣ ਦਾ ਸੁਨੇਹਾ ਭੇਜਿਆ ਸੀ? ਮਾਲਵੇ ਦੇ ਕਾਂਗੜ ਨਗਰ ਵਿੱਚ। 22ਵਾਂ ਪ੍ਰਸ਼ਨ, ਸੱਚਾਈ ਸੁਣ ਕੇ ਜ਼ੀਨਤ ਕੀ ਕਹਿੰਦੀ ਹੈ? ਉਹ ਵੀ ਔਰੰਗਜ਼ੇਬ ਨੂੰ ਲਾਨਤਾਂ ਪਾਉਂਦੀ ਹੈ। ਤੇ 23ਵਾਂ ਪ੍ਰਸ਼ਨ ਹੈ, ਇਕਾਂਗੀ ਦੇ ਅੰਤ ਵਿੱਚ ਔਰੰਗਜ਼ੇਬ ਕੀ ਮਹਿਸੂਸ ਕਰਦਾ ਹੈ? ਤਾਂ ਉਹ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਹੈ। ਇਹ ਬੱਚਿਓ, ਇਹ ਸੀ ਇਕਾਂਗੀ ਜ਼ਫਰਨਾਮਾ ਦਾ ਅਭਿਆਸ ਦਾ ਕੰਮ। ਹੁਣ ਮੈਂ ਤੁਹਾਨੂੰ ਕੁਝ ਸਤਰਾਂ ਵਿੱਚ ਇਕਾਂਗੀ ਦਾ ਸਾਰ ਦੱਸ ਦਿੰਦੀ ਹਾਂ। ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਸਨ ਤਾਂ ਉਹਨਾਂ ਨੂੰ ਉੱਥੇ ਪੰਜਾਬ ਦੇ ਸੂਬੇਦਾਰ ਵਜ਼ੀਰ ਖਾਂ ਦੀ ਫੌਜ ਨੇ ਘੇਰਾ ਪਾ ਲਿਆ ਸੀ। ਅੰਦਰ ਰਾਸ਼ਨ ਪਾਣੀ ਜਾਣਾ ਬੰਦ ਹੋ ਗਿਆ ਸੀ। ਤਾਂ ਅੰਤ ਵਿੱਚ ਵਜ਼ੀਰ ਖਾਂ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਇਹ ਕਿਲ੍ਹਾ ਛੱਡ ਕੇ ਚਲੇ ਜਾਓ ਤਾਂ ਮੈਂ ਤੁਹਾਨੂੰ ਕੁਝ ਨਹੀਂ ਕਵਾਂਗਾ। ਉਸਨੇ ਕੁਰਾਨ ਦੀ ਅਤੇ ਔਰੰਗਜ਼ੇਬ ਦੇ ਨਾਮ ਦੀ ਸਹੁੰ ਖਾਧੀ ਸੀ। ਗੁਰੂ ਜੀ ਉਸ ਦੀ ਗੱਲ ਮੰਨ ਕੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਕਿਲ੍ਹਾ ਛੱਡ ਕੇ ਜਾ ਰਹੇ ਸਨ ਸਰਸਾ ਨਦੀ ਦੇ ਰਾਹੀਂ। ਪਰ ਪਿੱਛੋਂ ਵਜ਼ੀਰ ਖਾਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਗੁਰੂ ਜੀ ਦਾ ਸਾਰਾ ਪਰਿਵਾਰ ਉਹਨਾਂ ਤੋਂ ਵਿਛੜ ਗਿਆ। ਉਹਨਾਂ ਦੀ ਮਾਂ ਅਤੇ ਉਹਨਾਂ ਦੇ 2 ਛੋਟੇ ਸਾਹਿਬਜ਼ਾਦੇ ਉਹ ਅਲੱਗ ਹੋ ਗਏ ਅਤੇ ਵੱਡੇ ਸਾਹਿਬਜ਼ਾਦੇ ਗੁਰੂ ਜੀ ਨਾਲ ਰਹਿ ਗਏ। ਉਹ ਵੱਡੇ ਸਾਹਿਬਜ਼ਾਦੇ ਵੀ ਬਾਅਦ ਵਿੱਚ ਵਜ਼ੀਰ ਖਾਨ ਨੇ ਉਹਨਾਂ 'ਤੇ ਹਮਲੇ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਛੋਟੇ ਸਾਹਿਬਜ਼ਾਦਿਆਂ ਨੂੰ ਵੀ ਵਜ਼ੀਰ ਖਾਨ ਦੇ ਫੌਜੀਆਂ ਨੇ ਲੱਭ ਲਿਆ ਅਤੇ ਉਹਨਾਂ ਨੂੰ ਨੀਹਾਂ ਵਿੱਚ ਚਿਣਵਾ ਕੇ, ਯਾਨੀ ਕਿ ਕੰਧ ਵਿੱਚ ਚਿਣਵਾ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਕ ਪੱਤਰ ਲਿਖਦੇ ਹਨ ਔਰੰਗਜ਼ੇਬ ਨੂੰ, ਜਿਸ ਵਿੱਚ ਕਿ ਉਸਨੂੰ ਲਾਨਤਾਂ ਪਾਉਂਦੇ ਹਨ ਕਿ ਉਸਨੇ ਕਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਅਤੇ ਕਿਸ ਤਰ੍ਹਾਂ ਉਹ ਸਿੱਖਾਂ ਉੱਤੇ ਜ਼ੁਲਮ ਕਰ ਰਿਹਾ ਹੈ। ਅਤੇ ਉਹ ਖਤ ਹੀ ਹੈ ਜ਼ਫਰਨਾਮਾ। ਇਹ ਇੱਕ ਇਤਿਹਾਸਿਕ ਘਟਨਾ ਉੱਤੇ ਹੈ ਇਕਾਂਗੀ। ਇਸ ਤਰ੍ਹਾਂ ਇਤਿਹਾਸ ਵਿੱਚ ਅਸਲ ਵਿੱਚ ਹੋਇਆ ਸੀ ਅਤੇ ਕਿਸ ਤਰ੍ਹਾਂ ਉਹ ਖਤ ਔਰੰਗਜ਼ੇਬ ਨੂੰ ਅੰਦਰ ਤੱਕ ਹਲੂਣਦਾ ਹੈ, ਉਸਨੂੰ ਪਰੇਸ਼ਾਨ ਕਰਦਾ ਹੈ, ਉਹ ਸਾਰਾ ਅਸੀਂ ਇਸ ਇਕਾਂਗੀ ਵਿੱਚ ਪੜ੍ਹਿਆ ਹੈ। ਤੁਹਾਡਾ ਅਗਲਾ ਪਾਠ ਲੈ ਕੇ ਮੈਂ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੀ। ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।